ਆਧਿਆਤਮਿਕ ਗਿਆਨ ਦੀ ਪ੍ਰਾਪਤੀ ਲਈ ਸਾਧਕ ਸਤਿਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਆਪਣੀ ਸਾਧਨਾ ਵਿੱਚ ਜੁਟ ਜਾਏ ਅਤੇ ਸਾਧਨਾ ਵਿੱਚ ਆਉਣ ਵਾਲੇ ਵਿਘਨਾਂ ਨੂੰ ਦੂਰ ਕਰਨ ਲਈ ਸਤਿਗੁਰੂ ਤਰੀਕੇ ਵੀ ਦੱਸਦੇ ਹਨ। ਇਸ ਲਈ ਸ਼ਰਧਾ ਤੇ ਵਿਸ਼ਵਾਸ ਰੱਖ ਕੇ ਗੁਰੂ ਮਹਾਰਾਜ ਜੀ ਦੀ ਆਗਿਆ ਦਾ ਪਾਲਨ ਕਰਨਾ ਹੀ ਉਹਨਾਂ ਦੀ ਸੇਵਾ ਹੁੰਦੀ ਹੈ। ਗੁਰੂ ਗੀਤਾ ਜੋ ਕਿ ਸਕੰਦ ਪੁਰਾਣ ਦਾ ਹਿੱਸਾ ਹੈ, ਉਸ ਵਿੱਚ ਮਹਾਦੇਵ ਮਾਤਾ ਪਾਰਵਤੀ ਜੀ ਦੀ ਜਿਗਿਆਸਾ ਦਾ ਸਮਾਧਾਨ ਲਗਭਗ ਪੌਣੇ 200 ਸ਼ਲੋਕਾਂ ਵਿੱਚ ਕਰਦੇ ਹਨ, ਜਿਨ੍ਹਾਂ ਵਿੱਚ ਗੁਰੂ ਮਹਿਮਾ ਦੇ ਬਾਰੇ ਉਪਦੇਸ਼ ਦਿੰਦੇ ਹਨ। ਉਹਨਾਂ ਵਿੱਚੋਂ ਕੁਝ ਸ਼ਲੋਕ ਉਦਾਹਰਨ ਦੇ ਤੌਰ 'ਤੇ ਇਸ ਤਰ੍ਹਾਂ ਹਨ। ਪਰਮ ਪੂਜਨੀय ਗੁਰੂਦੇਵ ਦੀ ਭਾਵਮਈ ਮੂਰਤੀ ਧਿਆਨ ਦਾ ਮੂਲ ਹੈ। ਉਹਨਾਂ ਦੇ ਚਰਨ ਕਮਲ ਪੂਜਾ ਦਾ ਮੂਲ ਹਨ। ਉਹਨਾਂ ਦੁਆਰਾ ਕਹੇ ਗਏ ਵਾਕ ਮੂਲ ਮੰਤਰ ਹਨ। ਉਹਨਾਂ ਦੀ ਕਿਰਪਾ ਹੀ ਮੋਕਸ਼ ਦਾ ਮੂਲ ਹੈ। ਧਿਆਨ ਮੂਲਮ ਗੁਰੋਰ ਮੂਰਤੀ, ਪੂਜਾ ਮੂਲਮ ਗੁਰੋਰ ਪਦਮ, ਮੰਤਰ ਮੂਲਮ ਗੁਰੋਰ ਵਾक्यम, ਮੋਕਸ਼ ਮੂਲਮ ਗੁਰੋਰ ਕਿਰਪਾ। ਸ਼੍ਰੀ ਗੁਰੂਦੇਵ ਤੋਂ ਵੱਧ ਕੇ ਦੂਸਰਾ ਕੋਈ ਤੱਤਵ ਨਹੀਂ ਹੈ। ਗੁਰੂ ਦੀ ਸੇਵਾ ਤੋਂ ਵੱਧ ਕੇ ਕੋਈ ਦੂਸਰਾ ਤਪ ਨਹੀਂ ਹੈ। ਤੱਤਵ ਨੂੰ ਜਾਣਨ ਵਾਲੇ ਗੁਰੂਦੇਵ ਤੋਂ ਵੱਧ ਕੇ ਕੋਈ ਗਿਆਨ ਨਹੀਂ ਹੈ। ਇਸ ਤਰ੍ਹਾਂ ਦੇ ਸ਼੍ਰੀ ਗੁਰੂਦੇਵ ਨੂੰ ਨਮਸਕਾਰ ਹੈ। ਨਾ ਗੁਰੋਰਧਿਕਮ ਤਤਵਮ, ਨਾ ਗੁਰੋਰਧਿਕਮ ਤਪః, ਤਤਵਗਿਆਨਾਤ ਪਰਮ ਨਾਸਤੀ, ਤਸਮੈ ਸ਼੍ਰੀ ਗੁਰਵੇ ਨਮః। ਉਹਨਾਂ ਸ਼੍ਰੀ ਗੁਰੂਦੇਵ ਨੂੰ ਨਮਨ ਹੈ ਜਿਹੜੇ ਆਪਣੇ ਸ਼ਿਸ਼ਯ ਲਈ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ਵਰ ਹੋਣ ਦੇ ਨਾਲ ਪਰਬ੍ਰਹਮ ਪਰਮੇਸ਼ਵਰ ਹਨ। ਗੁਰੁਰ ਬ੍ਰਹਮਾ ਗੁਰੁਰ ਵਿਸ਼ਨੂੰ ਗੁਰੁਰ ਦੇਵੋ ਮਹੇਸ਼ਵਰః, ਗੁਰੁਰੇਵ ਪਰਮ ਬ੍ਰਹਮ, ਤਸਮੈ ਸ਼੍ਰੀ ਗੁਰਵੇ ਨਮః। ਅਗਿਆਨਤਾ ਰੂਪੀ ਅੰਧੇਰੇ ਨਾਲ ਅੰਨੇ ਹੋਏ ਜੀਵ ਦੀ ਅੱਖਾਂ ਗੁਰੂਦੇਵ ਨੇ ਗਿਆਨ ਰੂਪੀ ਕੱਜਲ ਦੀ ਸ਼ਲਾਕਾ ਨਾਲ ਖੋਲ੍ਹ ਦਿੱਤੀਆਂ ਹਨ। ਉਹਨਾਂ ਗੁਰੂ ਮਹਾਰਾਜ ਨੂੰ ਨਮਨ ਹੈ। ਅਗਿਆਨ ਤਿਮਿਰੰਧਸਯ ਗਿਆਨਾਂਜਨ ਸ਼ਲਾਕਯਾ, ਚਕਸ਼ੁਰੁન્ਮੀਲਿਤੰ ਯੇਨ, ਤਸਮੈ ਸ਼੍ਰੀ ਗੁਰਵੇ ਨਮః। ਆਦਿ ਗੁਰੂ ਸ਼ੰਕਰਾਚਾਰਿਆ ਨੇ ਆਪਣੀ ਰਚਨਾ ਗੁਰਵਸ਼ਟਕਮ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਗੁਰੂ ਦੀ ਮਹੱਤਤਾ ਦਾ ਵਰਣਨ ਕੀਤਾ ਹੈ। ਉਹ ਕਹਿੰਦੇ ਹਨ ਕਿ ਜੇ ਸਰੀਰ ਰੂਪਵਾਨ ਹੋਵੇ, ਪਤਨੀ ਵੀ ਰੂਪਸੀ ਹੋਵੇ, ਸੁੰਦਰ ਯਸ਼ ਹੋਵੇ, ਮੇਰੂ ਪਰਵਤ ਦੇ ਸਮਾਨ ਅਪਾਰ ਧਨ ਹੋਵੇ, ਕਿੰਤੂ ਗੁਰੂ ਦੇ ਸ਼੍ਰੀ ਚਰਨਾਂ ਵਿੱਚ ਜੇ ਮਨ ਆਸਕਤ ਨਾ ਹੋਵੇ ਤਾਂ ਇਹਨਾਂ ਸਾਰੀ ਉਪਲਬਧੀਆਂ ਤੋਂ ਕੀ ਲਾਭ। ਸ਼ਰੀਰਮ ਸੁਰੂਪਮ ਤਥਾ ਵਾ ਕਲਤਰਮ, ਯਸ਼శ్చారు ਚਿਤ੍ਰਮ, ਧਨਮ ਮੇਰੂ ਤੁલ્ਯਮ, ਮਨశ్చేన ਲਗਨਮ, ਗੁਰੋਰੰਘ੍ਰਿਪਦ ਮੇ, ਤਤః ਕਿਮ ਤਤః ਕਿਮ ਤਤଃ ਕਿਮ ਤਤଃ ਕਿਮ। ਸੁੰਦਰ ਪਤਨੀ, ਧਨ, ਪੁੱਤਰ, ਪੋਤਰ, ਘਰ ਅਤੇ ਸਵਜਨ ਆਦਿ ਸਭ ਅੱਛੀ ਕਿਸਮਤ ਦੇ ਕਾਰਨ ਸਾਰੇ ਸੁਲਭ ਹੋਣ ਪਰ ਗੁਰੂ ਦੇ ਸ਼੍ਰੀ ਚਰਨਾਂ ਵਿੱਚ ਮਨ ਦੀ ਆਸਕਤੀ ਨਾ ਹੋਵੇ ਤਾਂ ਇਸ ਅੱਛੀ ਕਿਸਮਤ ਦੇ ਸੁੱਖ ਤੋਂ ਕੀ ਲਾਭ। ਕਲਤ੍ਰਮ ਧਨਮ ਪੁੱਤਰ ਪੌਤਰਾਦਿ ਸਰਵਮ, ਗ੍ਰਿਹੰ ਬਾਂਧਵਾ ਸਰਵਮੇਤਧਿਜਾਤਮ, ਮਨశ్చేన ਲਗਨਮ, ਗੁਰੋਰੰਘ੍ਰਿਪਦ ਮੇ, ਤਤః ਕਿਮ ਤਤః ਕਿਮ ਤਤଃ ਕਿਮ ਤਤଃ ਕਿਮ। ਵੇਦ ਅਤੇ ਉਹਨਾਂ ਦੇ 6 ਅੰਗ ਆਦਿ ਸ਼ਾਸਤਰ ਜਿਨ੍ਹਾਂ ਨੂੰ ਜ਼ੁਬਾਨੀ ਯਾਦ ਹਨ ਅਤੇ ਜਿਨ੍ਹਾਂ ਵਿੱਚ ਸੁੰਦਰ ਕਾਵ ਨਿਰਮਾਣ ਦੀ ਪ੍ਰਤਿਭਾ ਹੈ, ਪਰ ਜੇ ਉਹਨਾਂ ਦਾ ਮਨ ਗੁਰੂ ਦੇ ਸ਼੍ਰੀ ਚਰਨਾਂ ਵਿੱਚ ਅਨੁਰਕਤ ਨਹੀਂ ਹੈ ਤਾਂ ਇਹਨਾਂ ਸਦਗੁਣਾਂ ਤੋਂ ਕੋਈ ਲਾਭ ਨਹੀਂ। षडंगादि वेदो मुखे शास्त्र विद्या, कवित्वादि गद्यम सुपद्यम करोति, मनश्चेन लग्नम गुरोरंघ्रिपद में, ततः किम ततः किम ततः किम ततः किम। ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਆਦਰ ਮਿਲਦਾ ਹੈ, ਆਪਣੇ ਦੇਸ਼ ਵਿੱਚ ਵੀ ਜਿਨ੍ਹਾਂ ਦੀ ਜੈ ਜੈਕਾਰ ਹੁੰਦੀ ਹੈ, ਸਦਾਚਾਰ ਪਾਲਣ ਵਿੱਚ ਜਿਨ੍ਹਾਂ ਨੂੰ ਉੱਚ ਸਥਾਨ ਪ੍ਰਾਪਤ ਹੈ, ਪਰ ਜੇਕਰ ਉਹਨਾਂ ਦਾ ਮਨ ਸ਼੍ਰੀ ਗੁਰੂ ਚਰਨਾਂ ਵਿੱਚ ਆਸਕਤ ਨਹੀਂ ਤਾਂ ਇਹਨਾਂ ਸਾਰੇ ਸਦਗੁਣਾਂ ਦਾ ਕੀ ਲਾਭ। ਵਿਦੇਸ਼ੇਸ਼ੁ ਮਾਨਯ, ਸਵਦੇਸ਼ੇਸ਼ੁ ਧਨਯ,
सदाचार वृत्तेषु मत्तो न चन्या मनश्चेन लग्नं गुरोरङ्घ्रिपद में ततः किम ततः किम ततः किम ततः किम। ਜਿਹੜਾ ਯਤੀ, ਰਾਜਾ, ਬ੍ਰਹਮਚਾਰੀ ਅਤੇ ਗ੍ਰਹਸਥ ਇਸ ਗੁਰੂ ਅਸ਼ਟਕ ਦਾ ਪਠਨ ਕਰਦਾ ਹੈ ਅਤੇ ਜਿਸ ਦਾ ਮਨ ਗੁਰੂ ਦੇ ਵਚਨ ਵਿੱਚ ਆਸਕਤ ਹੈ, ਉਹ ਪੁੰਨਯ ਦੇਹੀ ਇੱਛਿਤ ਅਰਥ ਅਤੇ ਬ੍ਰਹਮ ਪਦ ਨੂੰ ਪਾ ਲੈਂਦਾ ਹੈ। ਗੁਰੋਰਸ਼ਟਕਮ ਯਾ ਪਠੇਤ ਪੁੰਨਯ ਦੇਹੀ ਯਤਿਰ ਭੂਪਤਿਰ ਬ੍ਰਹਮਚਾਰੀ ਚ ਗੇਹੀ ਲਭੇਤ ਵਾਂਛਿਤਰਥਮ ਪਦਮ ਬ੍ਰਹਮ ਸੰਗਮ ਗੁਰੋਰੁਕਤ ਵਾक्य ਮਨੋ ਯस्य ਲਗਨਮ। ਯਜੁਰਵੇਦ ਦੇ ਈਸ਼ੋਪਨਿਸ਼ਦ ਦੇ ਪਹਿਲੇ ਮੰਤਰ ਵਿੱਚ ਕਿਹਾ ਗਿਆ ਹੈ, ਇੱਥੇ ਸਭ ਕੁਝ ਉਸ ਈਸ਼ਵਰ ਦੁਆਰਾ ਬਸਾਇਆ ਗਿਆ ਹੈ। ਜੋ ਕੁਝ ਵੀ ਜਗਤ ਦੇ ਵਿੱਚ, ਜਿਹੜਾ ਹਰ ਇਨਸਾਨ ਦਾ ਆਪਣਾ ਜਗਤ ਹੈ, ਯਾਨੀ ਘਰ, ਆਸ-ਪਾਸ ਦੇ ਮਿੱਤਰ, ਰਿਸ਼ਤੇਦਾਰ ਆਦਿ, ਇਹੀ ਹਰ ਇਨਸਾਨ ਦਾ ਆਪਣਾ ਜਗਤ ਹੁੰਦਾ ਹੈ। ਇਹ ਸਾਰਾ ਈਸ਼ਵਰ ਨੇ ਹੀ ਬਸਾਇਆ ਹੈ। ਸੰਸਾਰ ਦਾ ਭੋਗ ਆਪਣਾ ਸਮਝ ਕੇ ਨਾ ਕੀਤਾ ਜਾਵੇ। ਹਰ ਚੀਜ਼ ਉਸ ਈਸ਼ਵਰ ਨੇ ਦਿੱਤੀ ਹੈ, ਇਹ ਸਮਝ ਕੇ ਪ੍ਰਯੋਗ ਕੀਤਾ ਜਾਵੇ ਅਤੇ ਦੂਸਰੇ ਦੇ ਧਨ ਵੱਲ ਲਲਚਾਈ ਦ੍ਰਿਸ਼ਟੀ ਨਾਲ ਨਾ ਦੇਖਿਆ ਜਾਵੇ। ਈਸ਼ਾਵਾਸਯਮ ਇਦੰ ਸਰਵੰ ਯਤ ਕਿੰਚ ਜਗਤਿਆਮ ਜਗਤ ਤੇਨ त्यक्तेन भुञ्जिथा मा गृथा कस्य स्वेधनम। ਸਾਡੇ ਵੇਦ, ਉਪਨਿਸ਼ਦ, ਪੁਰਾਣ, 6 ਦਰਸ਼ਨ, ਗੀਤਾ, ਰਮਾਇਣ, ਸਮ੍ਰਿਤੀਆਂ ਗਿਆਨ ਦੇ ਭੰਡਾਰ ਹਨ। ਸ਼੍ਰੀਮਦ ਭਗਵਦ ਗੀਤਾ ਵਿੱਚ ਸਾਧਕ ਵਿੱਚ ਜਿਹੜੇ ਗੁਣ ਹੋਣੇ ਜ਼ਰੂਰੀ ਹਨ, ਉਹਨਾਂ ਦਾ ਵਰਣਨ ਕਰਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿ ਰਹੇ ਹਨ, ਸ਼ਰਧਾਵਾਨ, ਤਤਪਰ ਅਤੇ ਜਿਤੇਂਦਰੀ ਪੁਰਖ ਗਿਆਨ ਪ੍ਰਾਪਤ ਕਰਦਾ ਹੈ। ਗਿਆਨ ਨੂੰ ਪਾ ਕੇ ਜਲਦੀ ਹੀ ਉਹ ਪਰਮ ਸ਼ਾਂਤੀ ਨੂੰ ਪਾ ਲੈਂਦਾ ਹੈ। श्रद्धावान लभते ज्ञानम तत्पर संयतेन्द्रियः ज्ञानम लब्ध्वा पराम शांतिम अचिरेण अधिगच्छति। जिस ਮਨੁੱਖ ਦੀ ਬੁੱਧੀ ਸਥਿਰ ਹੋ ਗਈ ਹੈ, ਉਸ ਦੇ ਵਿੱਚ ਜਿਹੜੇ ਲੱਛਣ ਹੁੰਦੇ ਹਨ, ਉਹਨਾਂ ਦਾ ਵਰਣਨ ਕਰਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਹੇ ਅਰਜੁਨ, ਜਿਸ ਵਕਤ ਮਨੁੱਖ ਮਨ ਵਿੱਚ ਮੌਜੂਦ ਸਾਰੀ ਕਾਮਨਾਵਾਂ ਨੂੰ ਛੱਡ ਦਿੰਦਾ ਹੈ ਅਤੇ ਆਤਮਾ ਵਿੱਚ ਆਤਮਾ ਦੇ ਨਾਲ ਸੰਤੁਸ਼ਟ ਰਹਿੰਦਾ ਹੈ, ਉਸ ਵਕਤ ਉਹ ਸਥਿਤ ਪ੍ਰਗਯ ਕਹਾਉਂਦਾ ਹੈ। ਮਨੁੱਖ ਅਕਸਰ ਕੱਪੜਿਆਂ ਵਿੱਚ, ਖਾਣ ਪਾਣ ਦੀਆਂ ਚੀਜ਼ਾਂ ਵਿੱਚ, ਟੀਵੀ ਵਿੱਚ, ਮੋਬਾਈਲ ਵਿੱਚ ਹੀ ਆਪਣੇ ਆਪ ਨੂੰ ਸੰਤੁਸ਼ਟ ਰੱਖਦਾ ਹੈ। ਪ੍ਰਜਹਾਤੀ ਯਦਾ ਕਾਮਾਨ ਸਰਵਾਨ ਪਾਰਥ ਮਨੋਗਤਾਨ आत्मन्येवात्मना तुष्टः स्थित प्रज्ञ तदा उच्यते। ਦੁੱਖਾਂ ਵਿੱਚ ਜਿਸ ਦਾ ਮਨ ਦੁਖੀ ਨਹੀਂ ਹੁੰਦਾ ਅਤੇ ਸੁੱਖਾਂ ਵਿੱਚ ਜਿਸ ਦੀ ਇੱਛਾਵਾਂ ਖਤਮ ਹੋ ਗਈਆਂ ਹਨ, ਜਿਸ ਦੇ ਮਨ ਤੋਂ ਰਾਗ, ਭੈ ਅਤੇ ਕ੍ਰੋਧ ਨਸ਼ਟ ਹੋ ਗਏ ਹਨ, ਉਹ ਮੁਨੀ ਸਥਿਤ ਪ੍ਰਗਯ ਯਾਨੀ ਸਥਿਰ ਬੁੱਧੀ ਵਾਲਾ ਖਵਾਉਂਦਾ ਹੈ। ਦੁਖੇਸ਼ੂ ਅਨੁਦਿਗਨ ਮਨਾ ਸੁਖੇਸ਼ੂ ਵਿਗਤ ਸਪ੍ਰਿਹਾ वीतराग भय क्रोध स्थित धीर मुनि उच्यते। ਵਿਸ਼ਿਆਂ ਦਾ ਚਿੰਤਨ ਕਰਨ ਵਾਲੇ ਮਨੁੱਖ ਦੀ ਉਹਨਾਂ ਵਿੱਚ ਆਸਕਤੀ ਹੋ ਜਾਂਦੀ ਹੈ। ਆਸਕਤੀ ਤੋਂ ਉਹਨਾਂ ਨੂੰ ਪਾਉਣ ਲਈ ਇੱਛਾ ਪੈਦਾ ਹੋ ਜਾਂਦੀ ਹੈ। ਇੱਛਾ ਦੇ ਪੂਰਾ ਨਾ ਹੋਣ 'ਤੇ ਕ੍ਰੋਧ ਪੈਦਾ ਹੁੰਦਾ ਹੈ। ਕ੍ਰੋਧ ਤੋਂ ਮੋਹ ਅਤੇ ਮੋਹ ਤੋਂ ਯਾਦਾਸ਼ਤ ਸ਼ਕਤੀ ਖਤਮ ਹੋ ਜਾਂਦੀ ਹੈ। ਫਿਰ ਬੁੱਧੀ ਦਾ ਨਾਸ਼ ਹੁੰਦਾ ਹੈ। ਬੁੱਧੀ ਦੇ ਨਾਸ਼ ਹੋਣ 'ਤੇ ਮਨੁੱਖ ਹੀ ਨਸ਼ਟ ਹੋ ਜਾਂਦਾ ਹੈ। ਧਿਆਇਤੋ ਹੀ ਵਿਸ਼ਿਆਨ ਪੁੰਸః ਸੰਗਹ ਤੇਸ਼ੁ ਪਜਾਯਤੇ ਸੰਗਾਤ ਸੰਜਾਯਤੇ ਕਾਮః ਕਾਮਾਤ ਕ੍ਰੋਧੋ ਵਿਜਾਯਤੇ क्रोधात् भवति सम्मोह सम्मोहात् स्मृति विभ्रमः स्मृतिभ्रंशात् बुद्धिनाशो बुद्धिनाशात् प्रणश्यति। सदगुरु ਦੇ ਸ਼ਾਸਤਰ ਸੰਮਤ ਗਿਆਨ ਤੇ ਚੱਲ ਕੇ ਸਾਧਕ ਆਪਣੀ ਸਾਧਨਾ ਵਿੱਚ ਸਫਲ ਹੋ ਜਾਂਦਾ ਹੈ।